ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਮਾਮਲੇ ਵਿੱਚ ਸਾਰਥਕ ਜਾਂਚ ਹੋਣ ਤੱਕ ਰੋਕੀ ਭਾਰਤ ਨੂੰ ਡਰੋਨਾਂ ਦੀ ਸਪੁਰਦਗੀ। ਸਮਾਜ ਸੇਵੀ ਭਾਨਾ ਸਿੰਘ ਸਿੱਧੂ ਦੀ ਰਿਹਾਈ ਲਈ ਪਰਿਵਾਰ ਦੇ ਸਿੱਖ ਨੌਜਵਾਨਾਂ ਨੂੰ ਖਾਸ ਅਪੀਲ। ਬਰਤਾਨੀਆ 'ਚ ਪ੍ਰਵਾਸ ਬਾਰੇ ਜਾਰੀ ਨਵੀਂ ਭਵਿੱਖਬਾਣੀ ਨੇ ਵਧਾਈਆਂ ਸੂਣਕ ਦੀਆਂ ਮੁਸ਼ਕਲਾਂ। ਅਮਰੀਕੀ ਸਰਕਾਰ ਨੇ 31 MQ-9A ਸੀ ਗਾਰਡੀਅਨ ਅਤੇ ਸਕਾਈ ਗਾਰਡੀਅਨ ਡਰੋਨਾਂ ਦੀ ਭਾਰਤ ਨੂੰ ਸਪੁਰਦਗੀ ਉਦੋਂ ਤੱਕ ਲਈ ਰੋਕ ਦਿੱਤੀ ਹੈ ਜਦੋਂ ਤੱਕ ਨਵੀਂ ਦਿੱਲੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੀ ਸਾਰਥਕ ਜਾਂਚ ਨਹੀਂ ਕਰਦੀ। ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਇੱਕ ਖਾਲਿਸਤਾਨੀ ਕਾਰਕੁਨ ਹਨ ਜਿਨ੍ਹਾਂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਪੰਨੂ ਤੇ ਭਾਰਤ ਨੇ ਅੱਤਵਾਦ ਦਾ ਦੋਸ਼ ਲਗਾਇਆ ਹੈ। 3 ਬਿਲੀਅਨ ਦੀ ਖਰੀਦ ਵਿੱਚ ਭਾਰਤੀ ਜਲ ਸੈਨਾ ਲਈ 15 ਸੀ ਗਾਰਡੀਅਨ ਡਰੋਨ ਸ਼ਾਮਿਲ ਸਨ, ਜਦੋਂ ਕਿ ਭਾਰਤੀ ਹਵਾਈ ਸੈਨਾ ਅਤੇ ਫੌਜ ਨੂੰ 8 ਸਕਾਈ ਗਾਰਡੀਅਨ ਡਰੋਨ ਮਿਲਨੇ ਸਨ। ਵਾਸ਼ਿੰਗਟਨ ਦੁਆਰਾ ਵਪਾਰ ਰੋਕ ਦਿੱਤੇ ਗਏ ਹਨ, ਜਿਸ ਵਿੱਚ 6 ਬੋਇੰਗ PI ਡਰੋਨਾਂ ਨੂੰ ਖਰੀਦਣ ਦਾ ਪ੍ਰਸਤਾਵ ਵੀ ਸ਼ਾਮਿਲ ਹੈ। ਹੁਣ ਰੁਕੇ ਹੋਏ ਇਹਨਾਂ ਡਰੋਨਾਂ ਦੀ ਖਰੀਦ ਲਈ ਭਾਰਤੀ ਰੱਖਿਆ ਮੰਤਰਾਲੇ ਦੀ ਅੰਦਰੂਨੀ ਮਨਜ਼ੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਦੀ ਰਾਜ ਯਾਤਰਾ ਤੋਂ ਇੱਕ ਹਫ਼ਤਾ ਪਹਿਲਾਂ ਜੂਨ 2023 ਵਿੱਚ ਆਈ ਸੀ। ਤੁਹਾਨੂੰ ਦੱਸ ਦਈਏ ਕਿ ਇਹ ਉਹ ਸਮਾਂ ਸੀ ਜਦੋਂ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਕਥਿਤ ਤੌਰ ਤੇ CC-1 ਨਾਮ ਦੇ ਇੱਕ ਭਾਰਤੀ ਸੁਰੱਖਿਆ ਅਧਿਕਾਰੀ ਦੁਆਰਾ ਰਚੀ ਜਾਣ ਦੀ ਖਬਰ ਸਾਹਮਣੇ ਆਈ ਸੀ। ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਨੂੰ ਲੈ ਕੇ ਨਾਰਾਜ਼ਗੀ ਕਾਰਨ ਇਹ ਖਰੀਦ ਅਮਰੀਕੀ ਕਾਂਗਰਸ ਵਿੱਚ ਇਤਰਾਜ਼ ਦਾ ਵਿਸ਼ਾ ਬਣੀ। ਅਮਰੀਕੀ ਨੁਮਾਇੰਦਿਆਂ ਨੇ ਵਿਕਰੀ ਨੂੰ ਅੱਗੇ ਵਧਾਉਣ ਲਈ ਪਹਿਲਾਂ ਇਸ ਮਾਮਲੇ ਵਿੱਚ ਸਾਰਥਕ ਜਾਂਚ ਦੀ ਮੰਗ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਖਾਸ ਤੌਰ ਤੇ ਅਮਰੀਕੀ ਸੰਸਦ ਮੈਂਬਰ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਦੇ ਦੋਸ਼ਾਂ ਦੇ ਨਤੀਜੇ ਨੂੰ ਲੈ ਕੇ ਡੂੰਘੇ ਚਿੰਤਤ ਹਨ, ਜਿਸ ਤੇ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਇਸ ਵੇਲੇ ਚੈੱਕ ਗਣਰਾਜ ਵਿੱਚ ਨਜ਼ਰਬੰਦ ਹੈ। ਲੰਘੇ ਵਰ੍ਹੇ ਦਸੰਬਰ ਵਿੱਚ ਪੰਨੂ ਦੀ ਸਾਜ਼ਿਸ਼ ਬਾਰੇ ਇੱਕ ਸਾਂਝੇ ਬਿਆਨ ਵਿੱਚ 5 ਅਮਰੀਕੀ ਕਾਂਗਰਸ ਮੈਂਬਰਾਂ ਨੇ ਇਹਨਾਂ ਦੋਸ਼ਾਂ ਬਾਰੇ ਬਾਈਡਨ ਪ੍ਰਸ਼ਾਸਨ ਤੋਂ ਇੱਕ ਬਰੀਫਿੰਗ ਪ੍ਰਾਪਤ ਕੀਤੀ ਤੇ ਇਸ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਨੂੰ ਫੜਨਾ ਮਹੱਤਵਪੂਰਨ ਹੈ। US ਫੈਡਰਲ ਵਕੀਲਾਂ ਨੇ ਦੋਸ਼ ਲਾਇਆ ਕਿ ਗੁਪਤਾ ਨੇ ਨਿਊਯਾਰਕ ਵਿੱਚ ਪੰਨੂ ਨੂੰ ਮਾਰਨ ਲਈ ਹਿਟਮੈਨ ਵਜੋਂ ਪੇਸ਼ ਕਰਨ ਵਾਲੇ ਇੱਕ FBI ਏਜੰਟ ਨੂੰ ਫਿਰੌਤੀ ਦੇਣ ਦਾ ਵਾਅਦਾ ਕੀਤਾ ਸੀ। ਗੁਪਤਾ ਨੂੰ 30 ਜੂਨ ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 29 ਨਵੰਬਰ ਨੂੰ US ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ਤੇ ਫਿਰੌਤੀ ਲਈ ਕਤਲ ਦਾ ਦੋਸ਼ ਲਗਾਇਆ, ਜਿਸ ਵਿੱਚ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਫਿਰੌਤੀ ਤੇ ਕਤਲ ਕਰਨ ਦੀ ਸਾਜ਼ਿਸ਼, ਜਿਸ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕਾ ਭਾਰਤ ਭਾਈਵਾਲਾ ਨੂੰ ਨੁਕਸਾਨ ਦੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਨਵੀਂ ਦਿੱਲੀ ਸਥਿਤੀ ਨੂੰ ਸਿੱਧੇ ਅਤੇ ਜਲਦੀ ਹੱਲ ਨਹੀਂ ਕਰਦੀ ਹੈ ਤਾਂ ਇਸ ਦੇ ਸਿੱਟੇ ਚਿੰਤਾਜਨਕ ਹੋਣਗੇ। ਸਮਾਜ ਸੇਵੀ ਨੌਜਵਾਨ ਭਾਨਾ ਸਿੱਧੂ ਦੀ ਗ੍ਰਿਫਤਾਰੀ ਅਤੇ ਇੱਕ ਤੋਂ ਬਾਅਦ ਇੱਕ ਪਰਚਾ ਦਰਜ ਕਰਨ ਤੇ ਨੌਜਵਾਨ ਦੇ ਪਰਿਵਾਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਸਮਾਜ ਭਲਾਈ ਦਾ ਕੰਮ ਕਰਦਾ ਸੀ, ਏਜੰਟਾਂ ਦੇ ਜਾਲ ਵਿੱਚ ਫਸੇ ਲੋਕਾਂ ਨੂੰ ਬਚਾਉਂਦਾ ਸੀ, ਪਰ ਸਰਕਾਰ ਉਸ ਨਾਲ ਜੋ ਕਰ ਰਹੀ ਹੈ ਉਹ ਸਰਾਸਰ ਗਲਤ ਹੈ। ਉਹਨਾਂ ਇਲਜ਼ਾਮ ਲਗਾਇਆ ਹੈ ਕਿ ਇਸ ਤਰ੍ਹਾਂ ਤਾਂ ਸਰਕਾਰ ਪੰਜਾਬ ਦੇ ਉਸ ਹਰੇਕ ਨੌਜਵਾਨ ਨੂੰ ਜੇਲ੍ਹ ਭੇਜ ਦੇਵੇਗੀ ਜੋ ਆਪਣੇ ਹੱਕ ਜਾਂ ਦੂਜਿਆਂ ਦੇ ਹੱਕ ਲਈ ਆਵਾਜ਼ ਬੁਲੰਦ ਕਰੇਗਾ। ਉਹਨਾਂ ਸੰਗਰੂਰ ਦੇ ਪਿੰਡ ਬਲਿਆਲ ਵਿਖੇ ਵੱਡਾ ਇਕੱਠ ਕੀਤਾ ਤੇ ਐਲਾਨ ਕੀਤਾ ਹੈ ਕਿ 1 ਫਰਵਰੀ ਨੂੰ ਧੂਰੀ ਨੂੰ ਜਾਮ ਕੀਤਾ ਜਾਵੇਗਾ ਤੇ ਨਾਲ ਹੀ ਰੇਲਾਂ ਵੀ ਰੋਕੀਆਂ ਜਾਣਗੀਆਂ। ਜਿਹੜੇ ਇਹ ਝੂਠੇ ਪਰਚੇ ਪਾਏ ਜੀ ਇਹਨਾਂ ਨੇ 4-5, ਉਹਦੇ ਲਈ ਸੰਗਤ ਨੂੰ ਬੇਨਤੀ ਕਰਦੇ ਆ, ਜੇ ਲੋਕ ਆਵਾਜ਼ ਬਣੂਗੀ ਫਿਰ ਹੀ ਇਹ ਪਰਚੇ ਰੱਦ ਹੋਣਗੇ ਤੇ ਆਉਣ ਵਾਲੇ ਪਰਚਿਆਂ ਤੇ ਵੀ ਰੋਕ ਲੱਗੂਗੀ। ਜਿਵੇਂ ਤੁਹਾਡੇ ਮੀਡੀਆ ਤੇ ਵੀ ਪਰਚਾ ਹੋ ਰਿਹਾ, ਹਰ ਇੱਕ ਬੋਲਣ ਵਾਲੇ ਬੰਦੇ ਤੇ ਪਰਚਾ ਹੋ ਰਿਹਾ, ਇਹ ਆਉਣ ਵਾਲੇ ਸਮੇਂ 'ਚ ਫਿਰ ਹੀ ਇਸ ਚੀਜ਼ ਨੂੰ ਠੱਲ ਪਊਗੀ। ਸਾਡੀ ਤਾਂ ਕੋਈ ਦੁਸ਼ਮਣੀ ਨਹੀਂ ਹੈਗੀ ਭਗਵੰਤ ਮਾਨ, ਅੱਜ ਉਹ ਸੱਤਾ 'ਚ ਨੇ। ਦੇਖੋ ਸਮੇਂ ਸਿਰ ਬਾਈ ਨੇ ਹਰ ਇੱਕ ਬੰਦੇ ਨੂੰ ਜੋ ਵੀ ਪਾਵਰ 'ਚ ਆਇਆ, ਜਿਹਦੇ ਕਰਨ ਲਾਇਕ ਕੋਈ ਕੰਮ ਹੈ, ਉਹਨੂੰ ਸਵਾਲ ਕਰਿਆ। ਇਹੀ ਸਵਾਲ ਉਹਨਾਂ ਨੂੰ ਚੁੱਭ ਰਿਹਾ ਜੀ। ਬਸ ਤੁਹਾਡਾ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ ਸ਼ੈਲੀਆਂ ਨੇ ਨਾ, ਸਰਦਾਰ ਸਾਡੇ ਭਗਵੰਤ ਸਿੰਘ ਮਾਨ ਜੀ ਦੀਆਂ, ਤੁਸੀਂ ਉਹ ਸ਼ੈਲੀਆਂ ਕੱਢੋ, ਪੁਰਾਣੀਆਂ ਬਰਾਬਰ ਜੋੜ ਕੇ ਚਲਾਓ। ਫਿਰ ਉਹ 'ਚ ਕੰਪੈਰੀਜ਼ਨ ਕਰੋ ਨਾ ਕਿ ਭਾਨੇ ਸਿੱਧੂ ਦੀ ਸ਼ੈਲੀ ਵਧੀਆ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸ਼ੈਲੀ ਵਧੀਆ, ਕਿ ਉਹ ਵੀ ਨਾ ਬੋਲਦੇ ਰਹੇ ਆ ਨਾ ਕਾਫੀ ਕਿ ਜਿਹੜੀ ਕੋਈ ਮੈਸੇਜ ਸੀ ਪਾਵਰ 'ਚ ਉਦੋਂ। ਮੈਨੂੰ ਨਾ ਤੁਸੀਂ ਸੱਚ ਜਾਣੋਗੇ ਕਿ ਮੈਨੂੰ ਪ੍ਰੋਪਰ ਕੋਈ ਲੀਡਰ ਦਾ ਨਾਮ ਵੀ ਨਹੀਂ ਪਤਾ ਕਿ ਕੌਣ ਸੱਤਾ ਧਿਰ ਹੈ, ਕੌਣ ਕੀ ਹੈ, ਕੌਣ ਨਾ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਉਹ ਸੱਤਾ ਧਿਰ ਜੋ ਫੀਮੇਲ ਸੀ ਉਸ ਟਾਈਮ ਕੁਛ ਵੀ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਆ ਤੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਆ, ਤੇ ਅੱਜ ਸਵਾਲ ਉਹਨਾਂ ਤੇ ਹੈ ਤਾਂ ਉਹ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਬਰਤਾਨੀਆ ਵਿੱਚ ਪ੍ਰਵਾਸ ਬਾਰੇ ਜਾਰੀ ਨਵੀਂ ਭਵਿੱਖਬਾਣੀ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਚੋਣਾਂ ਤੋਂ ਪਹਿਲਾਂ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਦਬਾਅ ਵੱਧ ਗਿਆ ਹੈ। ਭਵਿੱਖਬਾਣੀ ਮੁਤਾਬਕ 2036 ਦੇ ਅੱਧ ਤੱਕ ਬਰਤਾਨੀਆ ਦੀ ਆਬਾਦੀ ਵਿੱਚ 61 ਲੱਖ ਪ੍ਰਵਾਸੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਆਫਿਸ ਫॉर ਨੈਸ਼ਨਲ ਸਟੈਟਿਕਸ ਨੇ ਮੰਗਲਵਾਰ ਨੂੰ ਭਵਿੱਖਬਾਣੀ ਜਾਰੀ ਕੀਤੀ ਕਿ ਬਰਤਾਨੀਆ ਦੀ ਆਬਾਦੀ 2021 ਦੇ ਅੱਧ ਵਿੱਚ 6.7 ਕਰੋੜ ਤੋਂ ਵੱਧ ਕੇ 2036 ਦੇ ਅੱਧ ਤੱਕ 7.37 ਕਰੋੜ ਹੋ ਜਾਵੇਗੀ। ਬਰਤਾਨੀਆ ਵਿੱਚ ਪ੍ਰਵਾਸ ਇੱਕ ਪ੍ਰਮੁੱਖ ਸਿਆਸੀ ਮੁੱਦਾ ਬਣ ਗਿਆ ਹੈ ਅਤੇ ਇਹ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਕੌਮੀ ਚੋਣਾਂ ਵਿੱਚ ਪ੍ਰਮੁੱਖਤਾ ਨਾਲ ਉੱਠੇਗਾ, ਜਿੱਥੇ ਸੁਣਕ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੱਤਾ ਗਵਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ONS ਨੇ ਕਿਹਾ ਕਿ 15 ਸਾਲਾਂ ਦੀ ਮਿਆਦ ਵਿੱਚ ਅਨੁਮਾਨਿਤ ਉਛਾਲ ਮੌਤਾਂ ਨਾਲੋਂ 541,000 ਵਧੇਰੇ ਜਨਮਾਂ ਦੇ ਅਨੁਮਾਨ ਨੂੰ ਵੀ ਦਰਸਾਉਂਦਾ ਹੈ। ਨਵੰਬਰ ਵਿੱਚ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬਰਤਾਨੀਆ ਵਿੱਚ ਸਾਲਾਨਾ ਸ਼ੁੱਧ ਪ੍ਰਵਾਸ 2022 ਵਿੱਚ 745,000 ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਅਤੇ ਉਦੋਂ ਤੋਂ ਇਹ ਉੱਚਾ ਰਿਹਾ ਹੈ। ONS ਦੇ ਅਨੁਮਾਨਾਂ ਅਨੁਸਾਰ 2028 ਦੇ ਮੱਧ ਤੋਂ ਖਤਮ ਹੋਣ ਵਾਲੇ ਸਾਲ ਤੋਂ ਸਾਲਾਨਾ 315,000 ਲੋਕਾਂ ਦਾ ਸ਼ੁੱਧ ਪ੍ਰਵਾਸ ਪੱਧਰ ਹੈ। ਸੁਨਕ ਦੀ ਸਰਕਾਰ ਨੇ ਪਿਛਲੇ ਮਹੀਨੇ ਸਖਤ ਵੀਜ਼ਾ ਉਪਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਤਨਖਾਹ ਦੀ ਉੱਚ ਹੱਦ ਅਤੇ ਪਰਿਵਾਰਕ ਜੀਆਂ ਨੂੰ ਲਿਆਉਣ ਤੇ ਪਾਬੰਦੀਆਂ ਸ਼ਾਮਿਲ ਹਨ। ਕਾਰੋਬਾਰਾਂ ਅਤੇ ਟ੍ਰੇਡ ਯੂਨੀਅਨਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਸੀ ਤੇ ਕਿਹਾ ਸੀ ਕਿ ਇਹ ਨਿੱਜੀ ਖੇਤਰ ਅਤੇ ਸਰਕਾਰੀ ਸਿਹਤ ਸੇਵਾ ਲਈ ਉਲਟ ਹੋਵੇਗਾ। ਭਾਨੇ ਸਿੱਧੂ ਦੇ ਹੱਕ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ 5 ਫਰਵਰੀ ਨੂੰ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਹਜੇ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਗਈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਅੱਜ ਭਾਨਾ ਸਿੱਧੂ, ਲੱਖਾ ਸਿਧਾਣਾ ਤੇ ਮੇਰੇ ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਕੱਲ ਨੂੰ ਭਗਵੰਤ ਮਾਨ ਸਰਕਾਰ ਹੋਰ ਬੇਕਸੂਰ ਨੌਜਵਾਨਾਂ ਨਾਲ ਵੀ ਅਜਿਹਾ ਹੀ ਕਰੇਗੀ। ਇਸ ਲਈ ਸਰਕਾਰ ਨੂੰ ਇਹ ਦਿਖਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕਰਨਗੇ ਤੇ ਜਿੱਥੇ ਸਰਕਾਰ ਕੁਝ ਗਲਤ ਕਰੇਗੀ, ਪੰਜਾਬ ਦੇ ਨੌਜਵਾਨ ਡਟ ਕੇ ਉਸ ਦਾ ਵਿਰੋਧ ਕਰਨਗੇ ਤੇ ਅਜਿਹੇ ਪਰਚੇ ਪੰਜਾਬ ਦੇ ਲੋਕਾਂ ਦਾ ਹੌਸਲਾ ਨਹੀਂ ਤੋੜ ਸਕਦੇ। ਗੈਰਤਮੰਦ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਲੜਾਈ ਇੱਕ ਦਿਨ ਦੀ ਨਹੀਂ ਹੁੰਦੀ ਕੋਈ ਵੀ ਜ਼ਿੰਦਗੀ ਦੇ ਵਿੱਚ। ਇਹਨੂੰ ਕੰਸਿਸਟੈਂਟਲੀ ਲੜਾਈ ਲੜ ਕੇ ਲੌਜੀਕਲ ਕੰਕਲੂਜਨ ਤੇ ਲੈ ਕੇ ਜਾਣਾ ਤਾਂ ਕਿ ਭਾਨੇ ਸਿੱਧੂ ਵਾਂਗੂ ਕੋਈ ਹੋਰ ਮੁੜ ਕੇ ਸ਼ਿਕਾਰ ਨਾ। ਅੱਜ ਭਾਨਾ ਵਾ, ਕੱਲ ਖਹਿਰਾ ਸੀ, ਪਹਿਲਾਂ ਲੱਖਾ ਸੀ ਜਾਂ ਹੋਰ ਲੀਡਰ ਫੜ ਕੇ ਦਿੱਤੇ, ਕੱਲ ਨੂੰ ਤੁਹਾਡੇ ਬੱਚੇ ਹੋਣਗੇ। ਇਸ ਲਈ 5 ਤਰੀਕ ਦਾ ਜਿਹੜਾ ਕਾਲ ਦਿੱਤੀ ਆ, ਜਗ੍ਹਾ ਫਾਈਨਲਾਈਜ਼ ਹੋਏਗੀ। ਸਭ ਨੇ ਪੰਜਾਬੀਆਂ ਨੇ ਹੁਮ ਹੁਮਾ ਕੇ ਪਹੁੰਚਣਾ। ਉਹ ਤੋਂ ਅੱਗੇ ਵੀ ਜਿਹੜੀ ਕਾਲ ਦੇਾਂਗੇ ਉਹਦੇ ਵਿੱਚ ਸਾਡਾ ਸਾਥ। ਕੁਮਾਰ ਅੰਤੀਲ ਵਰਸਸ CBI, ਕੋਈ ਵੀ ਗੁਨਾਹ ਜਿਹਦੀ 7 ਸਾਲ ਤੋਂ ਘੱਟ ਸਜ਼ਾ ਨਾ, ਯੂ ਕੈਨ ਨਾਟ ਅਰੈਸਟ ਅ ਪਰਸਨ। ਪਹਿਲਾਂ ਉਹਨੂੰ ਸੈਕਸ਼ਨ 41 ਦਾ ਨੋਟਿਸ ਦੇਣਾ ਪੈਂਦਾ ਵਾ, ਉਹਨੂੰ ਬੁਲਾ ਕੇ ਨੋਟਿਸ ਦੇ ਕੇ ਫਿਰ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਆ। ਪਰ ਇੱਥੇ ਤਾਂ ਸਾਰਾ ਸਭ ਕੁਝ ਜੋ ਰਿਕਾਰਡ ਹੀ ਤੋੜ ਦਿੱਤੇ ਇਸਨੇ। ਪਰ ਉਹਦਾ ਸਿੱਟਾ ਕੀ ਮਿਲਿਆ ਵਾ? ਅੱਜ ਭਾਨਾ ਸਿੱਧੂ ਇੱਕ ਆਦਮੀ ਵਿਅਕਤੀ ਸੀ ਇਕੱਲਾ, ਅੱਜ ਸਾਰਾ ਪੰਜਾਬ ਉਹਦੇ ਪਿੱਛੇ ਜੁੜ ਗਿਆ ਵਾ। ਆਹ ਸਿੱਟਾ ਅਗਰ ਤੈਨੂੰ ਪੰਜਾਬ ਆਉਣ ਤੋਂ ਕਿੱਦਾਂ ਰੋਕਣਾ ਵਾ? ਨਹੀਂ ਤਾਂ 15 ਸਾਲ ਬਾਅਦ ਪੱਗ ਨਹੀਂ ਲੱਭਣੀ ਤੁਹਾਨੂੰ। ਅਸੀਂ ਉਹਨਾਂ ਦੇ ਉਲਟ ਰਹਾਂਗੇ। ਕੰਮ ਪੈਸੇ ਆਓ, ਪੈਸੇ ਕਮਾਓ, ਲੇਕਿਨ ਸਾਡੀ ਹੋਂਦ ਖਤਰੇ 'ਚ ਆ। ਅਸੀਂ ਅੱਗੇ ਹੀ ਘੱਟ ਗਿਣਤੀ ਹੈ ਇਸ ਦੇਸ਼ ਵਿੱਚ। ਇਹ ਸਾਰੀਆਂ ਗੱਲਾਂ ਪੋਜ਼ਿਟਿਵ ਏਜੰਡਾ ਲਵੇ, ਬੇਅਦਬੀਆਂ ਦਾ ਮਸਲਾ ਹੱਲ ਕਰੇ। ਡੇਰਾ ਸੱਚਾ ਸੌਦਾ ਦੇ ਜਿਹੜਾ ਉਹ ਹੈਗਾ ਮੁਖੀਆ, ਉਹਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਪਿਛਲੇ ਪੌਣੇ ਸਾਲ ਦੀ ਕਿਉਂ ਰੋਕ ਕੇ ਰੱਖਿਆ, ਇਹ ਦੱਸੇ ਭਗਵੰਤ ਮਾਨ। ਦਵਿੰਦਰਪਾਲ ਭੁੱਲਰ ਨੂੰ ਉਹਨੂੰ ਸਜ਼ਾ ਜਿਹੜੀ ਹੈਗੀ ਆ ਉਹਨੂੰ ਰਿਲੀਜ਼ ਕਿਉਂ ਨਹੀਂ ਹੋਣ ਦੇ ਰਹੀ ਆਮ ਆਦਮੀ ਪਾਰਟੀ ਗਵਰਨਮੈਂਟ? ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਭੇਜਣ ਦਾ ਕਿਹਨੇ ਅਧਿਕਾਰ ਦਿੱਤਾ ਇਸ ਨੂੰ? ਇਸ ਕਰਕੇ ਇਹ ਸਾਰਾ ਕੰਮ ਬੰਦ ਕਰ ਤੇ ਪੰਜਾਬ ਦਾ ਜਿਹੜਾ ਉਸਾਰੂ ਏਜੰਡਾ, ਬੇਅਦਬੀਆਂ ਦਾ ਇਨਸਾਫ, ਐਜੂਕੇਸ਼ਨ ਤੇ ਹੈਲਥ ਕੇਅਰ, ਇਹ ਕਹਿੰਦਾ ਮੈਂ 30,000 ਬੰਦੇ ਨੂੰ ਨੌਕਰੀ ਦੇ ਕੇ ਰੰਗਲਾ ਬਣਾਤਾ। ਜਿਹੜਾ ਅੱਜ ਦੀ ਡੇਟ ਵਿੱਚ 25 ਲੱਖ ਨੌਜਵਾਨ ਬੇਰੁਜ਼ਗਾਰ ਪੰਜਾਬ 'ਚ ਘੁੰਮ ਰਿਹਾ ਵਾਈਲ ਵੀ ਟਾਕਿੰਗ। ਇਹ ਬੋਰਡਾਂ ਤੇ ਲਾ ਕੇ, ਖੰਭਿਆਂ ਤੇ ਲਾ ਕੇ ਤੁਸੀਂ ਸਾਬਤ ਨਹੀਂ ਕਰ ਸਕਦੇ ਕਿ ਪੰਜਾਬ ਰੰਗਲਾ ਉਦਣ ਬਣੇਗਾ ਜਿੱਦਣ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਹੋਊਗਾ। ਵਰਨਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾ ਦਿਓ। ਮੈਂ ਅੱਜ ਮਤਾ ਪਾਸ ਕਰਾਤਾ ਵਾ, ਇਹਨੂੰ ਹੁਣ ਪਤਾ ਲੱਗ ਗਿਆ ਕਿ ਉਹ ਫੋਟੋਆਂ ਫਰਜ਼ੀ ਟੰਗੀਆਂ ਪਿੱਛੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਸੰਮਨ ਭੇਜਿਆ ਹੈ। ਮੁੱਖ ਮੰਤਰੀ ਨੂੰ ਭੇਜਿਆ ਗਿਆ ਇਹ 5ਵਾਂ ਸੰਮਨ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਇਸ ਤੋਂ ਪਹਿਲਾਂ 4 ਵਾਰ ਜਾਂਚ ਏਜੰਸੀ ਵੱਲੋਂ ਭੇਜੇ ਗਏ ਸੰਮਨਾਂ ਤੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ਸਨ। ਏਜੰਸੀ ਨੇ ਪਹਿਲਾਂ ਆਪ ਮੁਖੀ ਨੂੰ ਪਿਛਲੇ ਸਾਲ 18 ਜਨਵਰੀ, 3 ਜਨਵਰੀ ਅਤੇ 21 ਦਸੰਬਰ ਅਤੇ 2 ਨਵੰਬਰ ਨੂੰ ਸੰਮਨ ਭੇਜੇ ਸਨ। ਜਾਂਚ ਏਜੰਸੀ ਦੇ ਇਹਨਾਂ ਨੋਟਿਸਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਪੁੱਛਗਿੱਛ ਲਈ ਭੇਜੇ ਗਏ ਨਵੇਂ ਸੰਮਨ 2 ਫਰਵਰੀ ਲਈ ਹਨ। ਇਲਜ਼ਾਮ ਹਨ ਕਿ ਸ਼ਰਾਬ ਵਪਾਰੀਆਂ ਨੂੰ ਲਾਇਸੈਂਸ ਦੇਣ ਲਈ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੇ ਕੁਝ ਸ਼ਰਾਬ ਵਪਾਰੀਆਂ ਦਾ ਪੱਖ ਪੂਰਿਆ, ਜਿਨ੍ਹਾਂ ਨੇ ਕਥਿਤ ਤੌਰ ਤੇ ਇਸ ਲਈ ਰਿਸ਼ਵਤ ਦਿੱਤੀ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਵਾਰ-ਵਾਰ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਨੀਤੀ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਅਤੇ ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਨੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ। ਇਸ ਤੋਂ ਪਹਿਲਾਂ ED ਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਅਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਲਗਾਤਾਰ ਮੀਟਿੰਗਾਂ ਅਤੇ ਕਨਵੈਨਸ਼ਨਾਂ ਕਰਕੇ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਪਿੰਡ ਅਬਦਾਲ ਵਿੱਚ 4 ਜ਼ੋਨਾਂ, ਜ਼ੋਨ ਟਾਹਲੀ ਸਾਹਿਬ, ਜ਼ੋਨ ਕੱਥੂ ਨੰਗਲ, ਜ਼ੋਨ ਬਾਬਾ ਬੁੱਢਾ ਜੀ, ਜ਼ੋਨ ਮਜੀਠਾ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਂਕੜੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਪਹੁੰਚੇ। ਇਸ ਮੌਕੇ ਆਗੂਆਂ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਕਿਉਂਕਿ ਅੱਜ ਸੰਘਰਸ਼ ਉਸ ਮੋੜ ਤੇ ਹੈ ਜੋ ਇਹਨਾਂ ਦਾ ਭਵਿੱਖ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਖਰੀਦ ਤੇ MSP ਗਾਰੰਟੀ ਕਾਨੂੰਨ ਬਣਵਾ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲਾਗੂ ਕਰਵਾਉਣਾ, ਫਸਲੀ ਬੀਮਾ ਯੋਜਨਾ ਲਾਗੂ ਕਰਵਾਉਣਾ, ਜ਼ਮੀਨ ਐਕਵਾਇਰ ਕਰਨ ਸੰਬੰਧੀ ਕਾਨੂੰਨ 2013 ਵਾਲੇ ਸਰੂਪ ਵਿੱਚ ਲਾਗੂ ਹੋਵੇ, ਲਖੀਮਪੁਰ ਖੀਰੀ ਕਤਲकांड ਦਾ ਇਨਸਾਫ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ, ਕਿਸਾਨ ਮਜ਼ਦੂਰ ਦੀ ਪੈਨਸ਼ਨ ਸਕੀਮ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਕਰਨਾ, ਆਦੀਵਾਸੀਆਂ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ, ਗੰਨਾ ਉਤਪਾਦਕਾਂ ਦੀਆਂ ਮੰਗਾਂ ਹੱਲ ਕਰਵਾਉਣਾ ਹੈ। सरवण सिंह पंदेर किसान मजदूर संघर्ष कमेटी से जो देश की अभी 76 यूनियंस हैं, उन्होंने जो 13 फरवरी को दिल्ली कूच का ऐलान किया है, MSP खरीद का गारंटी कानून बनाने के लिए किसान मजदूर का कर्ज खत्म करना और अन्य मांगे जो है, हम लगभग अब पूरे देश के संगठनों से मिल रहे हैं। आज बागपत में यूपी में हम पहुंचे, जहां हमारे अन्नू मलिक जी जो राष्ट्रीय उपाध्यक्ष हैं किसान मजदूर संघर्ष संगठन के, और उन्होंने फैसला किया कि अब वो दिल्ली के आंदोलन में हमारा साथ देंगे। वो भी 1 मिनट में आपकी बात रखेंगे। मैं अन्नू मलिक, राष्ट्रीय उपाध्यक्ष किसान मजदूर संगठन। MSP और कर्ज माफी को लेकर किसान संघर्ष समिति का दिल्ली में होने वाले इस आंदोलन में किसान मजदूर संगठन इस आंदोलन में किसानों के हित को देखते हुए पूर्ण रूप से साथ है और इस आंदोलन में पूरी ताकत के साथ सहयोग करेगा। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਸੰਬੰਧੀ ਪਟੀਸ਼ਨ ਤੇ ਸੁਣਵਾਈ ਕੀਤੀ। ਹਾਈ ਕੋਰਟ ਨੇ ਮੇਅਰ ਦੀ ਚੋਣ ਤੇ ਰੋਕ ਨਹੀਂ ਲਗਾਈ ਹੈ। ਹਾਈ ਕੋਰਟ ਨੇ 3 ਹਫ਼ਤਿਆਂ ਦੇ ਅੰਦਰ ਇਸ ਦੀ ਪੂਰੀ ਰਿਪੋਰਟ ਮੰਗੀ ਹੈ। ਪਟੀਸ਼ਨਕਰਤਾਵਾਂ ਦੀ ਇਸ ਮਾਮਲੇ ਵਿੱਚ ਛੇਤੀ ਸੁਣਵਾਈ ਦੀ ਮੰਗ ਵੀ ਪੂਰੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਰਿਕਾਰਡ ਜ਼ਬਤ ਕਰਨ ਦੀ ਮੰਗ ਕੀਤੀ ਸੀ, ਪਰ ਪ੍ਰਸ਼ਾਸਨ ਨੇ ਕਿਹਾ ਕਿ ਰਿਕਾਰਡ ਪਹਿਲਾਂ ਹੀ ਸੀਲ ਕਰਕੇ ਸਟਰੋਂਗ ਰੂਮ ਵਿੱਚ ਰੱਖੇ ਜਾ ਚੁੱਕੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੇਅਰ ਦੀ ਚੋਣਾਂ ਹੋਈਆਂ ਸਨ, ਜਿਸ ਵਿੱਚ ਭਾਜਪਾ ਕੌਂਸਲਰ ਮਨੋਜ ਸੋਨਕਰ ਨੂੰ ਮੇਅਰ ਚੁਣਿਆ ਗਿਆ। ਉਹਨਾਂ ਨੇ ਆਪ ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਹਾਲਾਂਕਿ ਭਾਜਪਾ ਕੋਲ ਸੰਸਦ ਮੈਂਬਰਾਂ ਅਤੇ ਕੌਂਸਲਰਾਂ ਸਮੇਤ ਸਿਰਫ 15 ਵੋਟਾਂ ਸਨ। ਉਹਨਾਂ ਨੂੰ ਅਕਾਲੀ ਦਲ ਤੋਂ 1 ਵੋਟ ਮਿਲੀ। ਕਾਂਗਰਸ ਅਤੇ ਆਪ ਕੋਲ ਮਿਲ ਕੇ 20 ਵੋਟਾਂ ਸਨ, ਪਰ ਇਨ੍ਹਾਂ ਚੋਂ ਚੋਣ ਅਧਿਕਾਰੀ ਅਨਿਲ ਮਸੀਹ ਨੇ 8 ਵੋਟਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਇਸ ਦੇ ਵਿਰੋਧ ਵਿੱਚ ਗੱਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਉਹਨਾਂ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਤੇ ਹੇਰਾਫੇਰੀ ਦਾ ਦੋਸ਼ ਲਾਇਆ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੇਅਰ ਦੀ ਚੋਣ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਨਹੀਂ ਕਰਵਾਈ ਗਈ ਅਤੇ ਵੋਟਾਂ ਦੀ ਗਿਣਤੀ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਗਈ। ਇਸ ਲਈ ਇਸ ਚੋਣ ਨੂੰ ਰੱਦ ਕਰਨ ਅਤੇ ਦੁਬਾਰਾ ਚੋਣਾਂ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਅਨਿਲ ਮਸੀਹ ਨੇ ਸਦਨ ਨੂੰ ਬਹੁਤ ਹੀ ਅਜੀਬ ਤਰੀਕੇ ਨਾਲ ਸੰਬੋਧਨ ਕਰਦਿਆਂ ਨਿੱਜੀ ਤੌਰ ਤੇ ਵੋਟਾਂ ਦੀ ਗਿਣਤੀ ਕੀਤੀ ਹੈ। ਵੋਟਾਂ ਦੀ ਗਿਣਤੀ ਲਈ ਦੋਵਾਂ ਉਮੀਦਵਾਰਾਂ ਦੇ ਕਿਸੇ ਏਜੰਟ ਨੂੰ ਨਹੀਂ ਬੁਲਾਇਆ ਗਿਆ ਹੈ। ਆਪਣੀ ਪਟੀਸ਼ਨ ਵਿੱਚ ਵਿਰੋਧੀ ਧਿਰ ਨੇ ਅਨਿਲ ਮਸੀਹ ਅਤੇ ਹੋਰ ਅਧਿਕਾਰੀਆਂ ਤੇ ਵੀ ਹੇਰਾਫੇਰੀ ਦਾ ਦੋਸ਼ ਲਾਇਆ ਹੈ। ਪਟੀਸ਼ਨ ਮੁਤਾਬਕ ਚੋਣਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਭਾਜਪਾ ਨਾਲ ਮਿਲੀ ਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਵਿੱਚੋਂ ਜ਼ਿਆਦਾਤਰ ਹਰਿਆਣਾ ਕਾਡਰ ਦੇ ਹਨ, ਜਿੱਥੇ ਭਾਜਪਾ ਦੀ ਸਰਕਾਰ ਹੈ। ਇਸ ਕਾਰਨ ਉਹ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਤੋਸ਼ਾਖਾਨਾ ਮਾਮਲੇ ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਉਹਨਾਂ ਨੂੰ 14 ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ ਦੇ ਨਾਲ-ਨਾਲ ਉਹਨਾਂ ਦੀ ਪਤਨੀ ਨੂੰ ਵੀ 14 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਵੇਂ 10 ਸਾਲ ਤੱਕ ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲ ਸਕਦੇ। ਫੈਸਲੇ ਦੇ ਤਹਿਤ ਦੋਵਾਂ ਤੇ 23 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਵਾਂ ਨੂੰ ਅਧਿਕਾਰਤ ਸੀਕ੍ਰੇਟਸ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਦੁਆਰਾ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਜੇਲ੍ਹ ਤੋਂ ਹੀ ਅਦਾਲਤ ਦੀ ਸੁਣਵਾਈ ਵਿੱਚ ਹਾਜ਼ਰ ਹੋਏ।
ਪਿਛਲੇ ਕੁਝ ਮਹੀਨਿਆਂ ਤੋਂ ਮਸਤੂਆਣਾ ਸਾਹਿਬ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਲਈ ਸਿੱਖ ਸੰਗਤ ਨੇ ਮੁਹਿੰਮ ਵਿੱਢੀ ਸੀ ਕਿ ਹਦੂਦ ਅੰਦਰ ਗੁਰਮਤਿ ਅਨੁਸਾਰ ਨਾ ਹੋਣ ਵਾਲੀਆਂ ਦੁਕਾਨਾਂ ਨਾ ਲੱਗਣ ਤੇ ਝੂਲੇ ਤੇ ਸਪੀਕਰ ਆਦਿ ਨਾ ਲੱਗਣਾ। ਸਿੱਖ ਜਥਾ ਮਾਲਵਾ ਦੇ ਪੜਾਅ ਤੇ ਸਵੇਰੇ ਬਾਣੀ ਦੇ ਪਹਿਰੇ ਕੀਤੇ ਗਏ। ਕੌਂਸਲ ਵਲੰਟੀਅਰ ਵੀਰਾਂ ਵੱਲੋਂ ਸਵੇਰੇ ਇਕੱਤਰਤਾ ਕੀਤੀ ਗਈ ਤੇ ਜਥੇ ਦੇ ਸਿੰਘਾਂ ਨਾਲ ਤਾਲਮੇਲ ਤੇ ਵਿਉਂਤਬੰਦੀ ਕੀਤੀ ਗਈ। ਵਲੰਟੀਅਰ ਵੀਰਾਂ ਨੇ ਜਥੇ ਨੂੰ ਅਰਦਾਸ ਲਈ ਬੇਨਤੀ ਕੀਤੀ। ਅਰਦਾਸ ਬੇਨਤੀ ਤੋਂ ਦਿਨ ਆਰੰਭ ਕੀਤਾ ਗਿਆ। ਲੰਗਰਾਂ ਨੂੰ ਫਲੈਕਸਾਂ ਵੰਡੀਆਂ ਗਈਆਂ ਤੇ ਵਿਚਾਰਾਂ ਕੀਤੀਆਂ ਗਈਆਂ। ਸਾਰੇ ਲੰਗਰਾਂ ਵੱਲੋਂ ਸਪੀਕਰ ਨਾ ਲਾਉਣ ਵਾਲੀ ਗੱਲ ਦਾ ਪੂਰਾ ਸਹਿਯੋਗ ਮਿਲਿਆ। ਦੁਕਾਨਾਂ ਦਾ ਪਹਿਰਾ ਸਿੰਘਾਂ ਤੇ ਵਲੰਟੀਅਰਾਂ ਨੇ ਮਿਲ ਕੇ ਰੱਖਿਆ। ਇਹ ਕਾਰਜ ਸਾਰਾ ਦਿਨ ਬਿਨਾਂ ਰੁਕੇ ਹੁੰਦਾ ਰਿਹਾ। ਗੁਰਦੁਆਰਾ ਸਾਹਿਬ ਦਾ ਮਾਹੌਲ ਵੀ ਪੁਰਾਤਨ ਲੱਗ ਰਿਹਾ ਸੀ। ਗੁਰਦੁਆਰਾ ਸਾਹਿਬ ਜੋਤੀ ਸਰੂਪ ਸਾਹਿਬ ਤੋਂ ਆ ਰਹੇ ਨਗਰ ਕੀਰਤਨ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵੜਦਿਆਂ ਸਪੀਕਰ ਬੰਦ ਕਰਨ ਦੀ ਬੇਨਤੀ ਕੀਤੀ ਗਈ। ਨਗਰ ਕੀਰਤਨ ਦੇ ਅੱਗੇ ਆ ਰਹੇ ਗੱਤਕਾ ਅਖਾੜੇ ਦੇ ਡੀਜੇ ਦੀ ਬੇਨਤੀ ਵੀ ਉਹਨਾਂ ਦੇ ਉਸਤਾਦ ਜਥੇਦਾਰ ਨੇ ਪ੍ਰਵਾਨ ਕੀਤੀ। ਨਗਰ ਕੀਰਤਨ ਸੰਗਤਾਂ ਵੱਲੋਂ ਕੀਤੇ ਜਾ ਰਹੇ ਹਰ ਜਸ ਕੀਰਤਨ ਨਾਲ ਅੰਦਰ ਦਾਖਲ ਹੋਇਆ। ਮਨਮਤੀ ਦੁਕਾਨਾਂ ਦੀ ਥਾਂ ਕਕਾਰਾਂ, ਕਿਤਾਬਾਂ, ਤਸਵੀਰਾਂ, ਸ਼ਸਤਰ ਆਦਿ ਦੀਆਂ ਦੁਕਾਨਾਂ ਹੀ ਹਦੂਦ ਅੰਦਰ ਲੱਗੀਆਂ। ਟਰੈਕਟਰਾਂ ਵਾਲੇ ਵੀਰਾਂ ਨੇ ਵੀ ਹਦੂਦ ਅੰਦਰ ਡੈਕ ਬੰਦ ਰੱਖੇ। ਪ੍ਰਬੰਧਕਾਂ ਨੇ ਵੀ ਪੰਡਾਲਾਂ ਵਿੱਚ ਚੱਲਦੇ ਸਮਾਗਮਾਂ ਦੀ ਆਵਾਜ਼ ਸੀਮਤ ਰੱਖੀ। ਲੱਖੀ ਜੰਗਲ ਖਾਲਸਾ ਸ਼੍ਰੀ ਦਮਦਮਾ ਸਾਹਿਬ ਦੇ ਸਿੰਘਾਂ ਨੇ ਵੀ ਪੜਾਅ ਕੀਤਾ। ਦੁਕਾਨਾਂ ਆਦਿ ਦੇ ਪਹਿਰੇ ਵਿੱਚ ਹਰ ਪਲ ਸਹਿਯੋਗ ਰਿਹਾ ਤੇ ਸਿੰਘਾਂ ਨੇ ਮੂਹਰੇ ਹੋ ਕੇ ਸੇਵਾ ਕੀਤੀ। ਰਾਤ ਨੂੰ 100 ਦਰ ਦੇ ਜਾਪ ਕੀਤੇ ਗਏ ਤੇ ਗੁਰਬਾਣੀ ਕੀਰਤਨ ਹਰ ਜਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਗਈ। ਸਾਰੀ ਰਾਤ ਗੇੜੇ ਬਣ ਕੇ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਤੇ ਸਿੰਘਾਂ ਨੇ ਪਹਿਰਾ ਰੱਖਿਆ। ਸੋਸ਼ਲ ਮੀਡੀਆ ਤੇ ਚਰਚਿਤ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਸਮਰਥਕਾਂ ਅਤੇ ਕਿਸਾਨ ਯੂਨੀਅਨ ਆਗੂਆਂ ਨਾਲ ਮੀਟਿੰਗ ਬੇਸਿੱਟਾ ਰਹੀ। ਬਰਨਾਲਾ ਦੇ PWD ਰੈਸਟ ਹਾਊਸ ਵਿੱਚ ਬਾਅਦ ਦੁਪਹਿਰ 1 ਘੰਟਾ ਚੱਲੀ ਗੈਰ ਰਸਮੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ SSP ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ SSP ਬਠਿੰਡਾ ਹਰਮਨਵੀਰ ਸਿੰਘ ਗਿੱਲ ਸ਼ਾਮਿਲ ਹੋਏ, ਜਦਕਿ ਭਾਨਾ ਸਿੱਧੂ ਵੱਲੋਂ ਲੱਖਾ ਸਿਧਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਸਵਿੰਦਰ ਸਿੰਘ ਲੋਂਗੋਵਾਲ, ਜਗਦੀਪ ਰੰਧਾਵਾ, ਜੱਗਾ ਸਿੰਘ ਬਦਰਾ, ਮਨਵੀਰ ਕੌਰ ਆਦਿ ਆਗੂ ਸ਼ਾਮਿਲ ਹੋਏ। ਮੀਟਿੰਗ ਵਿੱਚ ਭਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਬਿਨਾਂ ਸ਼ਰਤ ਉਹਨਾਂ ਦੇ ਸਾਰੇ ਕੇਸ ਰੱਦ ਕਰਕੇ ਰਿਹਾਈ ਦੀ ਮੰਗ ਕੀਤੀ ਗਈ, ਜਿਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਉੱਚ ਅਫਸਰਾਂ ਨਾਲ ਗੱਲਬਾਤ ਕਰਕੇ ਭਲਕੇ ਮੁੜ ਮੀਟਿੰਗ ਕਰਨ ਦੀ ਗੱਲ ਆਖੀ। ਮੀਟਿੰਗ ਤੋਂ ਬਾਅਦ ਲੱਖਾ ਸਿਧਾਣਾ ਤੇ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਬੀਤੇ ਕੱਲ ਭਾਨਾ ਸਿੱਧੂ ਦੇ ਪਿੰਡ ਕੋਟਦੁਨਾ ਵਿੱਚ ਰੋਸ ਇਕੱਠ ਤੋਂ ਬਾਅਦ ਉਸ ਨੂੰ ਰਿਹਾ ਕਰਵਾਉਣ ਲਈ 2 ਵੱਡੇ ਪ੍ਰੋਗਰਾਮ ਐਲਾਨੇ ਗਏ ਹਨ। MP ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ 1 ਫਰਵਰੀ ਨੂੰ ਧੂਰੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦਕਿ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ 3 ਫਰਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਮੁੱਖ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਨਾਲ ਧੱਕਾ ਕਰ ਰਹੀ ਹੈ। ਉਸ ਤੇ 4 ਝੂਠੇ ਕੇਸ ਦਰਜ ਕੀਤੇ ਗਏ ਹਨ ਤੇ ਭਾਨਾ ਸਿੱਧੂ ਦੀ ਰਿਹਾਈ ਤੱਕ ਸੰਘਰਸ਼ ਦੇ ਪ੍ਰੋਗਰਾਮ ਜਾਰੀ ਰਹਿਣਗੇ। ਉਹਨਾਂ ਇਨਸਾਫ ਪਸੰਦ ਲੋਕਾਂ ਨੂੰ ਇਨ੍ਹਾਂ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਭਾਨਾ ਸਿੱਧੂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਭਲਕੇ ਮੁੜ 11 ਵਜੇ ਮੀਟਿੰਗ ਲਈ ਸੱਦਿਆ ਹੈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਉੱਚ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ, ਘੱਟੋ ਘੱਟ 5-5.5 ਘੰਟੇ ਕਿਤੇ ਪ੍ਰਸ਼ਾਸਨ ਦੇ ਨਾਲ ਬਰਨਾਲੇ ਹੋਏ ਭਾਨੇ ਸਿੱਧੂ ਨੂੰ ਪਰ ਬਾਈ ਹੱਥ ਮਗਰ ਕਰੇ। ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਜਿਹੜੀ ਬਿਨਾਂ ਸ਼ੱਕ ਦੀ ਰਿਹਾਈ ਕੀਤੀ, ਇਹਦੇ ਝੂਠੇ ਮੁਕੱਦਮੇ ਤਸ਼ੱਦਦ ਦੇ ਫਸਾਂਗੇ, ਸਾਰੀਆਂ ਗੱਲਾਂ ਬਾਤਾਂ ਅਸੀਂ ਉਹ ਵੀ ਰੱਖੀਆਂ। ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਉਹ ਜਿਉਂਦਾ ਤਿਉਂ ਤਿਆਰੀ ਪੂਰੀ ਕਰਨਾ, ਲੰਗਰ ਪ੍ਰਸ਼ਾਦੇ, ਚਾਹ ਪਾਣੀ, ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ, ਜਿਵੇਂ ਤੁਸੀਂ 29 ਤਰੀਕ ਨੂੰ ਕੋਟਦੁਨੇ ਆਏ ਆ, ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ। ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ, ਜੋ ਮੁਕੱਦਮੇ ਹੋਰ ਦਰਜ ਕੀਤੇ ਜਾ ਰਹੇ ਨੇ, ਉਹਨੂੰ ਰੋਕ ਸਕੀਏ। ਐਦੂ ਨੂੰ ਮਹਾਲੀ ਪਤਾ ਲੱਗਾ ਵੀ ਮਹਾਲੀ ਰਾਤ ਦੇ ਵਿੱਚ ਉਹਨੂੰ ਜੇਲ੍ਹ ਭੇਜ, ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹੀ ਆ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ। ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ, ਸਮਾਂ ਦੇ ਦਿਓ ਜੀ। ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ। ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ, ਤਾਂ 5 ਤੋਂ 3 ਤੇ ਕਰਨਾ ਪਿਆ। ਤੇ ਵੱਡੀ ਮੰਗ ਸੀਗੀ ਲੋਕਾਂ ਦੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿਤੀ, ਉਦੋਂ ਤਿਆਰ ਸੀ ਨੌਜਵਾਨ ਤਾਂ ਉਦੋਂ ਹੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ। ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ, ਜਿੱਥੇ ਭਾਨਾ ਅੰਦਰ ਬੈਠਾ ਹੈ, ਇਹ ਮਸਲਾ ਇਕੱਲੇ ਭਾਨੇ ਦਾ ਨਹੀਂ ਹੈ, ਇਹ ਮਸਲਾ ਜ਼ਬਰ ਦੇ ਖਿਲਾਫ, ਜਿਹੜਾ ਜ਼ਬਰ ਪੰਜਾਬ 'ਚ ਹੋ ਰਿਹਾ
ਮੁੰਡਿਆਂ ਦੇ ਇਨਕਾਊਂਟਰ ਵੀ ਹੋ ਰਹੇ ਨੇ, ਝੂਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਗੈਂਗਸਟਰ ਕਹਿ ਕੇ। ਇਹ ਜਬਰ ਜ਼ੁਲਮ ਵਧਣਾ ਸਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ। ਸੋ ਪਰ ਕੋਈ ਗੱਲ ਨਹੀਂ, ਆਪਾਂ ਉੱਥੇ ਦੀਆਂ ਡਾਂਗਾ ਖਾ ਲਾਂਗੇ, ਕੋਈ ਗੱਲ ਨਹੀਂ, ਚੱਕ ਕੇ ਜੇਲ੍ਹ ਸਿੱਟ ਦੇਣ, ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚ ਆਉਣਾ। ਇਹ ਨਾ ਹੋਵੇ ਇੱਥੇ ਪੂਰੀ ਕੋਸ਼ਿਸ਼ ਕਰਨੀ ਹੈ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਉਕਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਵਾੜ ਕੇ ਵੀ ਗੜਬੜ ਕਰਾ ਸਕਦੇ ਆ, ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉੱਥੇ 3 ਤਰੀਕ ਨੂੰ ਭਗਵੰਤ ਦੇ ਘਰ ਦੇ